ਸੋ ਇਸ ਦੇ ਵਿੱਚ ਕੀ ਵੱਡੀ ਗੱਲ ਸੀ? ਇਸ ਦੇ ਵਿੱਚ ਵੱਡੀ ਗੱਲ ਇਹ ਸੀਗੀ ਕਿ ਇੱਕ ਵਾਰੀ ਫਿਰ ਉਹ ਦੁਫਾੜ ਕੰਮ ਪੈ ਜਾਣਾ ਸੀਗਾ। ਉਸਨੇ ਕਹਿਣਾ ਕਿ ਰਾਜਾ ਦਾਊਦ ਨੇ ਗੱਦੀ ਤਾਂ ਉਹਨੂੰ ਦਿੱਤੀ ਆ ਕਿਉਂਕਿ ਉਸਨੇ ਪ੍ਰਭੂ ਨੇ ਨੂੰ ਪ੍ਰੋਮਿਸ ਕੀਤਾ ਸੀ, ਲੇਕਿਨ ਰਾਜਾ ਦਾਊਦ ਨੇ ਮੈਨੂੰ ਵੀ ਕੋਈ ਜਗ੍ਹਾ ਦਿੱਤੀ ਆ। ਦੇਖੋ ਜਾਂਦਾ ਜਾਂਦਾ ਉਹ ਮੈਨੂੰ ਆਪਣੀ ਦਾਸੀ ਵਿਆਹ ਦੇ ਲਈ ਦੇ ਗਿਆ। ਉਹ ਕੰਡਾ ਫੇ ਖੜਾ ਰਹਿਣਾ ਸੀ, ਉਹ ਕੰਡਾ ਫੇ ਖੜਾ ਰਹਿਣਾ ਸੀ। ਜਿਸ ਵੇਲੇ ਉਸਨੇ ਬੇਨਤੀ ਘੱਲੀ ਸੀ, ਜਾ ਕੇ ਉਸਨੇ ਸਿੰਘ ਫੜ ਲਏ ਸੀ, ਉੱਥੇ ਜਾ ਕੇ ਵੇਦੀ ਦੇ ਮੂਹਰੇ ਜਾ ਕੇ ਲੇਟ ਗਿਆ ਸੀ ਕਿ ਮੈਂ ਉਨੀ ਦੇਰ ਇੱਥੋਂ ਨਹੀਂ ਉੱਠੂੰਗਾ ਜਿੰਨੀ ਦੇਰ ਤੱਕ ਸੁਲੇਮਾਨ ਮੈਨੂੰ ਮੌਤ ਦੀ ਸਜ਼ਾ ਤੋਂ ਮਾਫ ਨਹੀਂ ਕਰਦਾ। तो उसने कहा कि चंगा बंदा बन के रहेगा ते मैं तेन कुछ नहीं कहूंगा, पर जे तू चलाकी करन दी कोशिश की ते बस फिर तेरा अंत। उसने थोड़े दिन भी नहीं लाए, वो अपने उन्हां पैरां दे उत्ते फिर चल गया। हुण प्रभु ने उहदे रस्ते दे विचों वो सारे बंदे कढने आ ਜਿਹੜੇ ਇਹਦੇ ਵੱਲ ਹੋ ਕੇ ਤਾਂ ਉਹਨੂੰ ਰਾਜਾ ਸਥਾਪਿਤ ਕਰ ਦਿੱਤਾ ਦਾਊਦ ਤੋਂ ਪੁੱਛੇ ਤੋਂ ਬਗੈਰ। ਸੋ ਇੱਥੇ ਅਸੀਂ ਇਹ ਦੇਖਦੇ ਪਏ ਹਾਂ ਕਿ ਅਦੋਨੀਆ ਉਸਦੇ ਰਸਤੇ ਦੇ ਵਿੱਚੋਂ ਸਾਫ਼ ਹੋ ਗਿਆ। ਹੁਣ ਦੂਸਰਾ ਹੈਗਾ ਪ੍ਰੋਹਤ ਜਿਹੜਾ ਉਹਦੇ ਨਾਲ ਰਲਿਆ ਹੈ। ਹੁਣ ਉਹਦੀ ਵਾਰੀ ਆ, ਉਸਨੂੰ ਉਸਨੇ ਮਾਰਨਾ ਨਹੀਂ। 26 ਤੋਂ ਲੈ ਕੇ 27 ਆਇਤ ਤੱਕ ਅਸੀਂ ਜੇ ਦੇਖੀਏ ਤਾਂ ਰਾਜਾ ਸੁਲੇਮਾਨ ਨੇ ਅਬਿਆਰ ਨੂੰ ਕਿਹਾ, ਤੂੰ ਆਪਣੇ ਦੇਸ਼ ਅਤੇ ਆਪਣੇ ਘਰ ਨੂੰ ਵਾਪਸ ਚਲਾ ਜਾ। तू मौत की सजा के योग है, पर मैं तेनू मौत की सजा नहीं देवांगा, क्योंकि तू मेरे पिता दे जिउंदियां प्रभु दे पवित्र नेम की सेवा की अते तू मेरे पिता दे नाल दुख भी सहे हन। सो सुलेमान ने अबियार नू प्रभु की प्रोहताई की सेवा तो हटा दिता अते इस तरह उसने प्रभु का वह वचन पूरा किया जो शिलो दे विच एली दे टब्बर दे बारे किया गया सी। सो एली दे टब्बर नूं की होया सी, उन्हां नूं सेवा तो प्रभु ने हटा दिता सी, अपनी सेवा तो हटा दिता सी, जो कि अपने आप दे विच एक बहुत बड़ी चीज सी। उसदे परिवार तो प्रभु ने मुड़ के सेवा नहीं लई, वचन की सेवा नहीं लई, और इसे तरह उसने उहदे नाल कीता। हुण योआब जिहड़ा रल गया सी दूसरे पासे और अपने आप ही राजा बनाता सी, एक राजा दे जिउंदियां जी राजा बना दिता सी। हुण ओदी वारी आउण लगी आ। सो आओ इसनूं 28 तो लैके 46 तक देखिए। जवाब दी मौत। जवाब नूं भी इह सब दा पता लग गया कि की होया है। ਉਹ ਜਦੋਨੀਆਂ ਦੇ ਪਿੱਛੇ ਲੱਗਿਆ ਸੀ। ਬੇਸ਼ੱਕ ਉਸਨੇ ਅਬਸ਼ਲੋਮ ਦੀ ਮਦਦ ਨਹੀਂ ਕੀਤੀ ਸੀ, ਇਸ ਲਈ ਉਸਨੇ ਜਾ ਕੇ ਬੇਦੀ ਦੇ ਸਿੰਘਾਂ ਨੂੰ ਫੜ ਲਿਆ। ਜਦੋਂ ਇਹ ਖਬਰ ਰਾਜਾ ਸੁਲੇਮਾਨ ਕੋਲ ਪਹੁੰਚੀ ਕਿ ਜਵਾਬ ਨੇ ਪਵਿੱਤਰ ਤੰਬੂ ਦੇ ਅੰਦਰ ਜਾ ਕੇ ਬੇਦੀ ਦੇ ਸਿੰਘ ਫੜ ਲਏ ਹਨ, ਤਾਂ ਉਸਨੇ ਜਵਾਬ ਤੋਂ ਪੁੱਛ ਘੱਲਿਆ ਕਿ ਉਹ ਬੇਦੀ ਕੋਲ ਕਿਉਂ ਗਿਆ ਹੈ। ਜਵਾਬ ਨੇ ਇਸ ਦਾ ਉੱਤਰ ਦਿੱਤਾ, ਕਿਉਂਕਿ ਮੈਂ ਰਾਜਾ ਸੁਲੇਮਾਨ ਤੋਂ ਡਰ ਗਿਆ ਹਾਂ। ਸੋ ਰਾਜਾ ਸੁਲੇਮਾਨ ਨੇ ਬਨਾਯਾ ਨੂੰ ਜਵਾਬ ਦਾ ਕਤਲ ਕਰਨ ਘੱਲਿਆ। ਸੋ ਬਨਾਯਾ ਨੇ ਪਵਿੱਤਰ ਤੰਬੂ ਵਿੱਚ ਜਾ ਕੇ ਜਵਾਬ ਨੂੰ ਕਿਹਾ, ਰਾਜਾ ਦੀ ਆਗਿਆ ਹੈ ਕਿ ਤੂੰ ਬਾਹਰ ਆ ਜਾ। ਪਰ ਜਵਾਬ ਨੇ ਉੱਤਰ ਦਿੱਤਾ, ਨਹੀਂ, ਮੈਂ ਇੱਥੇ ਹੀ ਮਰਾਂਗਾ। ਸੋ ਬਨਾਯਾ ਨੇ ਜਾ ਕੇ ਰਾਜਾ ਨੂੰ ਦੱਸਿਆ ਕਿ ਜਵਾਬ ਨੇ ਕੀ ਕਿਹਾ ਹੈ। ਰਾਜਾ ਨੇ ਬਨਾਯਾ ਨੂੰ ਕਿਹਾ, ਨਾ ਤੂੰ ਮੇਰੇ ਕਹੇ ਅਨੁਸਾਰ ਕਰ, ਤੂੰ ਉਸ ਨੂੰ ਮਾਰ ਕੇ ਦਫਨਾ ਦੇ। ਇਸ ਤਰ੍ਹਾਂ ਤੂੰ ਮੇਰੇ ਅਤੇ ਮੇਰੇ ਪਿਤਾ ਦੇ ਟੱਬਰ ਤੋਂ ਉਸ ਖੂਨ ਦਾ ਧੱਬਾ ਦੂਰ ਕਰੇਗਾ ਜੋ ਜਵਾਬ ਨੇ ਬਦੋਸ਼ਾਂ ਨੂੰ ਮਾਰ ਕੇ ਲਾਇਆ ਹੈ। ਨਾਲੇ ਇਸ ਤਰ੍ਹਾਂ ਪ੍ਰਭੂ ਜਵਾਬ ਨੂੰ ਉਸਦੇ ਉਹਨਾਂ ਕਤਲਾਂ ਦੀ ਸਜ਼ਾ ਦੇਵੇਗਾ ਜੋ ਉਸਨੇ ਮੇਰੇ ਪਿਤਾ ਦੀ ਜਾਣਕਾਰੀ ਤੋਂ ਬਿਨਾਂ ਕੀਤੇ ਸਨ। ਉਸਨੇ ਉਹਨਾਂ ਦੋਹਾਂ ਮਨੁੱਖਾਂ ਦਾ ਕਤਲ ਕੀਤਾ ਜੋ ਉਸ ਤੋਂ ਅਧਿਕ ਭਲੇ ਸਨ, ਅਰਥਾਤ ਨੇਰ ਦਾ ਪੁੱਤਰ ਅਬਨੇਰ ਜੋ ਇਜ਼ਰਾਈਲ ਦਾ ਸੈਨਾਪਤੀ ਸੀ, ਤੇ ਯਵਰ ਦਾ ਪੁੱਤਰ ਅਮਾਸਾ ਜੋ ਯਹੂਦਾ ਦਾ ਸੈਨਾਪਤੀ ਸੀ। ਸੋ ਉਹਨਾਂ ਦਾ ਖੂਨ ਹਮੇਸ਼ਾ ਤੱਕ ਜਵਾਬ ਅਤੇ ਉਸਦੀ ਸੰਤਾਨ ਦੇ ਸਿਰ ਹੋਵੇਗਾ, ਪਰ ਦਾਊਦ ਅਤੇ ਉਸਦੀ ਸੰਤਾਨ ਨੂੰ ਹਮੇਸ਼ਾ ਪ੍ਰਭੂ ਸੀਸਤ ਕਰੇਗਾ ਜੋ ਉਸਦੀ ਰਾਜਗੱਦੀ ਉੱਤੇ ਬੈਠੇਗੀ। ਸੋ ਬਨਾਯਾ ਨੇ ਪਵਿੱਤਰ ਤੰਬੂ ਦੇ ਵਿੱਚ ਜਾ ਕੇ ਪ੍ਰਭੂ ਦੇ ਸਾਹਮਣੇ ਜਵਾਬ ਨੂੰ ਕਤਲ ਕੀਤਾ ਅਤੇ ਉਸ ਨੂੰ ਉਸਦੇ ਆਪਣੇ ਘਰ ਵਿੱਚ ਖੁੱਲੇ ਮੈਦਾਨ ਵਿੱਚ ਦਫਨਾ ਦਿੱਤਾ ਗਿਆ। ਤਦ ਰਾਜਾ ਸੁਲੇਮਾਨ ਨੇ ਯਹੋਯਾਦਾ ਦੇ ਪੁੱਤਰ ਬਨਾਯਾ ਨੂੰ ਸੈਨਾਪਤੀ ਬਣਾਇਆ ਤੇ ਸਦੋਕ ਨੂੰ ਅਬਿਆਥਾਰ ਦੀ ਥਾਂ ਤੇ ਪੁਰੋਹਿਤ ਬਣਾਇਆ। ਸ਼ਮਈ ਦੀ ਮੌਤ।
ਸੋ ਉਸਨੇ ਇੱਕ ਮਿੰਟ ਠਹਿਰੋ ਭੈਣ। ਸੋ ਉਸਨੇ ਆਪਣਾ ਜਿਹੜਾ ਮੰਤਰੀ ਮੰਡਲ ਆ ਉਹ ਬੇਸਿਕਲੀ ਚੇਂਜ ਕਰਨਾ ਸ਼ੁਰੂ ਕਰ ਦਿੱਤਾ। ਉਸਦੇ ਵਿੱਚ ਉਸਨੇ ਨਵੇਂ ਚਿਹਰੇ ਲਿਆਉਣੇ ਸ਼ੁਰੂ ਕਰ ਦਿੱਤੇ। ਪੁਰਾਣੇ ਚਿਹਰੇ ਜਿਹੜੇ ਸੁਲੇਮਾਨ ਨੂੰ ਦੇ ਰਸਤੇ ਦੇ ਵਿੱਚ ਆਏ ਆ ਔਰ ਹਾਲੇ ਵੀ ਉਹਨਾਂ ਦੇ ਅੰਦਰ ਉਹ ਸਾਰਾ ਕੁਝ ਹੈਗਾ, ਚਲਾਕੀ ਹੈਗੀ ਆ। ਪ੍ਰਭੂ ਨੇ ਸੁਲੇਮਾਨ ਨੂੰ ਦੱਸਤਾ ਕਿ ਇਹਨਾਂ ਦਾ ਸਮਾਂ ਆ ਗਿਆ। ਦੇਖਿਆ ਜਾਵੇ ਤੇ ਯੋਆਬ ਨੂੰ ਸਜ਼ਾ ਮਿਲਦੀ ਪਈ ਆ ਕਿਉਂਕਿ ਅਬਨੇਰ ਇੱਕ ਬਹੁਤ ਹੀ ਕਾਬਲ ਜਨਰਲ ਸੀਗਾ, ਬਹੁਤ ਹੀ ਕਾਬਲ ਜਨਰਲ ਸੀਗਾ। ਔਰ ਇਸ ਨੂੰ ਪਤਾ ਸੀ ਕਿ ਜਿੰਨੀ ਦੇਰ ਤੱਕ ਅਬਨੇਰ ਹੈਗਾ ਮੈਨੂੰ ਨਹੀਂ ਕਦੀ ਇਹ ਜਿਹੜਾ ਮੈਂ ਨਹੀਂ ਕਦੀ ਵੀ ਜਨਰਲ ਬਣਨਾ, ਮੈਂ ਥੱਲੜੇ ਅਹੁਦਿਆਂ ਤੇ ਰਹਿਣਾ। ਸੋ ਇਸ ਨੇ ਉਸ ਨੂੰ ਇਸ ਕਰਕੇ ਮਾਰਿਆ ਸੀ ਕਿ ਇਹ ਉਹਦੀ ਜੌਬ ਚਾਹੁੰਦਾ ਸੀਗਾ। ਔਰ ਇਹ ਰਾਜਾ ਦਾਊਦ ਨੂੰ ਉਸ ਵੇਲੇ ਵੀ ਇਹ ਚੀਜ਼ ਪਸੰਦ ਨਹੀਂ ਸੀ ਆਈ ਕਿਉਂਕਿ ਸ਼ਾਂਤੀ ਸਥਾਪਿਤ ਹੋਣ ਜਾ ਰਹੀ ਸੀ। ਉਹਦੇ ਇਸ ਕੰਮ ਦੇ ਕਰਕੇ 1 ਸਾਲ ਸਿਵਲ ਵਾਰ ਹੋਰ ਲੱਗੀ ਰਹੀ ਸੀ। ਸੋ ਪਰ ਦਾਊਦ ਨੇ ਤਾਂ ਇਸ ਨੂੰ ਨਹੀਂ ਮਾਰਿਆ, ਲੇਕਿਨ ਉਸਨੇ ਆਪਣੇ ਪੁੱਤਰ ਨੂੰ ਕਹਿ ਦਿੱਤਾ ਸੀ ਕਿ ਇਹ ਧੱਬਾ ਆ ਸਾਡੇ ਸਾਰੇ ਕੁੱਲ ਦੇ ਉੱਤੇ, ਇਸ ਨੂੰ ਇਹ ਧੱਬਾ ਤੂੰ ਦੂਰ ਕਰੀ। ਸੋ ਉਸਨੇ ਆਪਣੇ ਬਾਪ ਦਾ ਹੁਕਮ ਮੰਨਿਆ ਔਰ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਉਸਦੇ ਬਾਪ ਨੇ ਕਿਹਾ ਸੀ। ਔਰ ਉਸ ਤੋਂ ਬਾਅਦ ਅਸੀਂ ਇਹ ਦੇਖਦੇ ਪਏ ਹਾਂ ਕਿ ਹੁਣ ਉਹ ਆਪਣੀ ਇੱਕ ਛਾਪ ਲਾ ਰਿਹਾ ਸਾਰੇ ਮੰਤਰੀ ਮੰਡਲ ਦੇ ਉੱਤੇ ਔਰ ਸੇਮ ਮੰਦਰ ਦੀਆਂ ਸਾਰੀਆਂ ਚੀਜ਼ਾਂ ਨੂੰ ਬਦਲ ਰਿਹਾ, ਉੱਥੋਂ ਵੀ ਜਿਹੜੇ ਸਾਰੇ ਲੋਕਾਂ ਨੂੰ ਬਦਲ ਰਿਹਾ ਔਰ ਇਹ ਆਪਣੀ ਸੈਨਾ ਦੇ ਵਿੱਚ ਵੀ ਲੋਕਾਂ ਨੂੰ ਬਦਲ ਰਿਹਾ। ਸੋ ਹੁਣ ਅਸੀਂ ਸ਼ਿਮਈ ਦੇ ਬਾਰੇ ਦੇਖਾਂਗੇ। ਇਹ ਉਹ ਬੰਦਾ ਜਿਸ ਨੇ ਦਾਊਦ ਦੇ ਉੱਤੇ ਧੁੱਦੜ ਉਡਾਈ ਸੀ ਕਿ ਤੂੰ ਸਾਰਾ ਦਾ ਸਾਰਾ ਮੇਰੇ ਰਾਜੇ ਦਾ ਪੁੱਤ ਜਿਹੜਾ ਟੱਬਰ ਸੀ ਮਾਰ ਦਿੱਤਾ, ਹੁਣ ਤਲਵਾਰ ਤੇਰੇ ਪਿੱਛੇ ਆਈ ਆ ਪ੍ਰਭੂ, ਕਿਉਂਕਿ ਤੂੰ ਸਾਊਲ ਦੇ ਪਰਿਵਾਰ ਦਾ ਨਾਸ਼ ਕੀਤਾ ਸੀ, ਇਸ ਕਰਕੇ ਹੁਣ ਤੇਰਾ ਪੁੱਤਰ ਤੇਰੇ ਪਿੱਛੇ ਲੱਗਾ ਹੈ। ਉਹ ਬਿਲਕੁਲ ਝੂਠੀ ਗੱਲ ਸੀ। ਦਾਊਦ ਚਾਹੁੰਦਾ ਤੇ ਉਹਨੂੰ ਉੱਥੇ ਕਤਲ ਕਰਵਾ ਸਕਦਾ ਸੀ। ਅਬਸ਼ਾਈ ਨੇ ਕਿਹਾ ਵੀ ਸੀ, ਇੱਕ ਵਾਰੀ ਕਿਹਾ ਤੇਰੀ ਹਾਲੇ ਗੱਲ ਮੂੰਹ ਦੇ ਵਿੱਚ ਹੀ ਹੋਊਗੀ, ਤੇਰੇ ਦੀ ਧੌਣ ਚ ਹੋਊਗਾ। ਤੇਰਾ ਦਾਊਦ ਨੇ ਕਿਹਾ ਨਹੀਂ, ਤੂੰ ਇਹਨੂੰ ਕੁਛ ਨਾ ਕਹਿ, ਕਿਉਂਕਿ ਜੇ ਪ੍ਰਭੂ ਨੇ ਚਾਹਿਆ ਤਾਂ ਇਹਦੀਆਂ ਵੱਧ ਦੁਆਵਾਂ ਦੇ ਵਿੱਚ ਬਦਲ ਜਾਣਗੀਆਂ। ਪਰ ਸ਼ਿਮਈ ਇੱਥੇ ਕਿਉਂਕਿ ਹਾਲੇ ਤੱਕ ਸਾਊਲ ਦੇ ਖਾਨਦਾਨ ਦੇ ਲੋਕ ਜਿਉਂਦੇ ਆ, ਉਹਦੇ ਦਿਲ ਦੇ ਵਿੱਚ ਉਹੀ ਆ ਕਿ ਜਿਹੜਾ ਸਾਊਲ ਦਾ ਪੜਪੋਤਾ ਆ ਉਹ ਵੀ ਹੁਣ ਯੋਗ ਹੋ ਗਿਆ ਆ। ਉਹਦੀ ਉਮਰ ਵੀ ਇਸ ਵੇਲੇ ਵੀ 22 ਸਾਲ ਦੀ ਆ ਔਰ ਉਹਦੀ ਐਕਚੁਅਲੀ ਉਮਰ ਸੁਲੇਮਾਨ ਨਾਲੋਂ ਜ਼ਿਆਦਾ ਹੀ ਆ। ਸੁਲੇਮਾਨ ਤਾਂ ਬਾਅਦ ਦੇ ਵਿੱਚ ਪੈਦਾ ਹੋਇਆ ਉਹਦੇ ਤੋਂ ਵੀ। ਸੋ ਉਹਦਾ ਜਿਹੜਾ ਪੜਪੋਤਾ ਆ, ਦਾਊਦ ਨੇ ਇਹ ਤਾਂ ਜ਼ਰੂਰ ਕਿਹਾ ਕਿ ਤੂੰ ਉਹਦੇ ਨਾਲ ਸਹੀ ਬਣ ਕੇ ਰਹਿਣਾ ਕਿਉਂਕਿ ਉਹਦੇ ਬਾਪ ਯੋਨਾਥਨ ਦੇ ਕਰਕੇ। ਲੇਕਿਨ ਇਹ ਸ਼ਿਮਈ ਜਿਹੜਾ ਆ ਹੁਣ ਇਹਦੀ ਵਾਰੀ ਆਈ ਆ। ਸੋ ਆਓ ਅਸੀਂ ਇਸ ਨੂੰ 36 ਆਇਤ ਤੋਂ ਲੈ ਕੇ 46 ਆਇਤ ਤੱਕ ਔਰ ਉਸ ਤੋਂ ਬਾਅਦ ਜ਼ਬੂਰ 45 ਕੋਈ ਜਣਾ ਕੱਢ ਲੈ, ਅਸੀਂ ਜ਼ਬੂਰ 45 ਪੜਾਂਗੇ। ਸ਼ਿਮਈ ਦੀ ਮੌਤ। ਤਦ ਰਾਜਾ ਸੁਲੇਮਾਨ ਨੇ ਸ਼ਿਮਈ ਨੂੰ ਸੱਦਿਆ ਤੇ ਕਿਹਾ, ਤੂੰ ਯਰੂਸ਼ਲਮ ਵਿੱਚ ਆਪਣੇ ਲਈ ਇੱਕ ਘਰ ਬਣਾ ਤੇ ਇੱਥੇ ਟਿਕ ਕੇ ਰਹਿ। ਤੂੰ ਇੱਥੋਂ ਹੋਰ ਕਿਤੇ ਨਹੀਂ ਜਾਵੇਂਗਾ। ਜਿਸ ਦਿਨ ਤੂੰ ਕਿਦਰੋਨ ਦੀ ਵਾਦੀ ਤੋਂ ਅੱਗੇ ਲੰਘੇਗਾ ਤਾਂ ਤੂੰ ਉਸ ਦਿਨ ਮਾਰਿਆ ਜਾਵੇਂਗਾ ਅਤੇ ਤੂੰ ਆਪ ਆਪਣੇ ਖੂਨ ਦਾ ਜ਼ਿੰਮੇਵਾਰ ਹੋਵੇਂਗਾ। ਸ਼ਿਮਈ ਨੇ ਉੱਤਰ ਦਿੱਤਾ, ਮਹਾਰਾਜ ਠੀਕ ਹੈ, ਮੈਂ ਤੁਹਾਡਾ ਦਾਸ ਤੁਹਾਡੇ ਕਹੇ ਅਨੁਸਾਰ ਕਰਾਂਗਾ। ਸੋ ਸ਼ਿਮਈ ਲੰਮੇ ਸਮੇਂ ਤੱਕ ਯਰੂਸ਼ਲਮ ਵਿੱਚ ਰਿਹਾ। ਪਰ 3 ਸਾਲਾਂ ਦੇ ਪਿੱਛੋਂ ਸ਼ਿਮਈ ਦੇ 2 ਗੁਲਾਮ ਨੱਠ ਕੇ ਗਥ ਦੇ ਰਾਜਾ ਮਾਅਕਾ ਦੇ ਪੁੱਤਰ ਅਕੀਸ਼ ਕੋਲ ਚਲੇ ਗਏ। ਜਦੋਂ ਇਸ ਸੰਬੰਧ ਵਿੱਚ ਸ਼ਿਮਈ ਨੂੰ ਦੱਸਿਆ ਗਿਆ ਤਾਂ ਉਸਨੇ ਤੁਰੰਤ ਆਪਣੇ ਗਧੇ ਉੱਤੇ ਕਾਠੀ ਪਾਈ ਅਤੇ ਆਪਣੇ ਗੁਲਾਮਾਂ ਨੂੰ ਲੱਭਣ ਲਈ ਰਾਜਾ ਅਕੀਸ਼ ਕੋਲ ਜਾਣ ਲਈ ਗਥ ਵੱਲ ਚੱਲ ਪਿਆ। ਉਸਦੇ ਗੁਲਾਮ ਉਸ ਨੂੰ ਮਿਲ ਗਏ, ਜਿਨ੍ਹਾਂ ਨੂੰ ਲੈ ਕੇ ਉਹ ਵਾਪਸ ਯਰੂਸ਼ਲਮ ਵਿੱਚ ਆ ਗਿਆ। ਫਿਰ ਜਦੋਂ ਰਾਜਾ ਸੁਲੇਮਾਨ ਨੂੰ ਸ਼ਿਮਈ ਬਾਰੇ ਦੱਸਿਆ ਗਿਆ ਹੈ ਕਿ ਉਹ ਗਥ ਤੋਂ ਹੋ ਕੇ ਵਾਪਸ ਯਰੂਸ਼ਲਮ ਵਿੱਚ ਆ ਗਿਆ ਹੈ, ਤਾਂ ਉਸਨੇ ਸ਼ਿਮਈ ਨੂੰ ਤੁਰੰਤ ਆਪਣੇ ਕੋਲ ਸੱਦ ਕੇ ਕਿਹਾ, ਮੈਂ ਤੈਨੂੰ ਪ੍ਰਭੂ ਦੇ ਨਾਮ ਤੇ ਸਹੁੰ ਚੁਕਾਈ ਸੀ ਕਿ ਤੂੰ ਕਦੀ ਵੀ ਯਰੂਸ਼ਲਮ ਤੋਂ ਬਾਹਰ ਨਹੀਂ ਜਾਵੇਂਗਾ। ਮੈਂ ਤੈਨੂੰ ਦੱਸਿਆ ਸੀ ਕਿ ਜਿਸ ਦਿਨ ਤੂੰ ਯਰੂਸ਼ਲਮ ਤੋਂ ਬਾਹਰ ਜਾਵੇਂਗਾ ਤੂੰ ਮਾਰਿਆ ਜਾਵੇਂਗਾ।
ਤੂੰ ਮੇਰੀ ਆਗਿਆ ਨੂੰ ਨਾ ਮੰਨਦੇ ਹੋਏ ਕਿਹਾ ਸੀ ਕਿ ਮੈਂ ਇਸ ਦੀ ਪਾਲਣਾ ਕਰਾਂਗਾ। ਫਿਰ ਤੂੰ ਆਪਣੀ ਪ੍ਰਭੂ ਅੱਗੇ ਕੀਤੀ ਪ੍ਰਤਿਗਿਆ ਨੂੰ ਤੋੜ ਕੇ ਮੇਰੀ ਆਗਿਆ ਦੀ ਉਲੰਘਣਾ ਕਿਉਂ ਕੀਤੀ ਹੈ? ਤੂੰ ਆਪਣੇ ਉਹਨਾਂ ਸਭ ਬੁਰੇ ਕੰਮਾਂ ਨੂੰ ਚੰਗੀ ਤਰ੍ਹਾਂ ਨਾਲ ਜਾਣਦਾ ਹੈ ਜੋ ਤੂੰ ਮੇਰੇ ਪਿਤਾ ਦਾਊਦ ਦੇ ਵਿਰੁੱਧ ਕੀਤੇ ਸਨ। ਹੁਣ ਪ੍ਰਭੂ ਆਪ ਉਹਨਾਂ ਸਭ ਦੀ ਸਜ਼ਾ ਤੈਨੂੰ ਦੇਵੇਗਾ, ਪਰ ਪ੍ਰਭੂ ਮੈਨੂੰ ਅਸੀਸ ਦੇਵੇਗਾ ਤੇ ਦਾਊਦ ਦੀ ਰਾਜ ਗੱਦੀ ਨੂੰ ਹਮੇਸ਼ਾ ਦੇ ਲਈ ਪੱਕਿਆ ਕਰੇਗਾ। ਫਿਰ ਰਾਜਾ ਸੁਲੇਮਾਨ ਤੇ ਯਹੋਯਾਦਾ ਦੇ ਪੁੱਤਰ ਬਨਿਆ ਨੂੰ ਆਗਿਆ ਦਿੱਤੀ ਅਤੇ ਉਸ ਨੇ ਜਾ ਕੇ ਸ਼ਮਈ ਨੂੰ ਕਤਲ ਕਰ ਦਿੱਤਾ। ਇਸ ਸਮੇਂ ਤੱਕ ਰਾਜਾ ਸੁਲੇਮਾਨ ਦਾ ਰਾਜ ਪੂਰੀ ਤਰ੍ਹਾਂ ਨਾਲ ਪੱਕਾ ਹੋ ਗਿਆ ਸੀ। ਸੋ ਇੱਥੇ ਅਸੀਂ ਤਿੰਨ ਚੀਜ਼ਾਂ ਦੇਖਦੇ ਪਏ ਆ। ਇੱਕ ਤਾਂ ਉਸਦਾ ਮਤਰੇਆ ਭਰਾ ਜਿਹੜਾ ਰਾਜਾ ਬਣ ਕੇ ਆਪੇ ਹੀ ਬਹਿ ਗਿਆ ਸੀ, ਔਰ ਉਸਦਾ ਜਿਹੜਾ ਜਿਸ ਲਈ ਉਸਦੀ ਮਾਂ ਦੇ ਕੋਲ ਆਇਆ ਵੀ ਆ ਬੇਨਤੀ ਲੈ ਕੇ, ਉਸਦਾ ਗੱਲ ਕਰਨ ਦਾ ਜਿਹੜਾ ਤਰੀਕਾ ਵੀ ਬਹੁਤ ਗਲਤ ਸੀਗਾ। ਬੇਸ਼ੱਕ ਉਹ ਉਸ ਵੇਲੇ ਪ੍ਰਭੂ ਦੀ ਆਗਿਆ ਤੋਂ ਬਾਅਦ ਸੀ, ਕਹਿੰਦਾ ਮੈਨੂੰ ਤਾਂ ਰਾਜਾ ਸਵੀਕਾਰ ਕਰ ਲਿਆ ਸੀ, ਪਰ ਪ੍ਰਭੂ ਨੇ ਦੂਸਰੇ ਪਾਸੇ ਚਾਹਿਆ, ਯਾਨੀ ਕਿ ਉਸਨੇ ਉਹਦੀ ਮਾਂ ਨੂੰ ਕਿਹਾ ਕਿ ਮੇਰੇ ਨਾਲ ਧੱਕਾ ਹੋਇਆ। ਔਰ ਸੁਲੇਮਾਨ ਨੇ ਉਸਨੂੰ ਕਿਹਾ ਸੀ ਕਿ ਜੇ ਨਮਰਤਾ ਦੇ ਨਾਲ ਬੰਦਾ ਬਣ ਕੇ ਰਹੇਗਾ ਤੇ ਠੀਕ ਆ, ਜੇ ਨਹੀਂ ਤੇ ਤੂੰ ਕਿਸੇ ਬਾਲਕ ਰਾਜੇ ਦੇ ਨਾਲ ਗੱਲ ਨਹੀਂ ਕਰਦਾ ਪਿਆ, ਤੂੰ ਉਹਦੇ ਨਾਲ ਗੱਲ ਕਰਦਾ ਪਿਆ ਜਿਹਨੂੰ ਪ੍ਰਭੂ ਨੇ ਇੱਥੇ ਸਥਾਪਿਤ ਕੀਤਾ। ਦੂਸਰਾ, ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਅੱਗੇ ਜਾਂਦੇ ਹਾਂ ਤੇ ਅਸੀਂ ਦੇਖਦੇ ਪਏ ਹਾਂ ਕਿ ਜਿਹੜਾ ਵਚਨ ਦੇ ਵਿੱਚ ਯੋਆਬ ਆ ਪਹਿਲਾ ਜਨਰਲ, ਉਹ ਵੀ ਉਸ ਦੇ ਵਿੱਚ ਸੀਗਾ, ਉਹ ਵੀ ਮਾਰਿਆ ਗਿਆ। ਲੇਕਿਨ ਉਸਨੇ ਨਬੀ ਨੇ ਜਿਹੜਾ ਉੱਥੇ ਦਾ ਪ੍ਰੋਹਤ ਸੀਗਾ ਅਬੀਆਰ ਨੂੰ ਨਹੀਂ ਉਸਨੇ ਕੁਛ ਵੀ ਕਿਹਾ। ਉਸਦੇ ਉੱਤੇ ਉਸਨੂੰ ਕਤਲ ਨਹੀਂ ਸੀ ਕਰਨਾ ਚਾਹੁੰਦਾ, ਪਰ ਉਸ ਤੋਂ ਉਸਨੇ ਪ੍ਰੋਤਾਈ ਵਾਪਸ ਲੈ ਲਈ। ਔਰ ਇਸੇ ਤਰ੍ਹਾਂ ਹੁਣ ਅਖੀਰ ਸ਼ਮਈ, ਜਿਸਨੇ ਕੋਈ ਪਰਵਾਹ ਨਹੀਂ ਕੀਤੀ, ਪਰ ਉਹ ਸਮਝਦਾ ਸੀਗਾ ਕਿ ਅਸੀਂ ਇਹਨੂੰ ਕੀ ਪਤਾ ਹੈਗਾ, ਅਸੀਂ ਬਿਨਯਾਮੀਨ ਦੇ ਕਬੀਲੇ ਤੋਂ, ਅਸੀਂ ਸਾਊਲ ਦੇ ਕਬੀਲੇ ਤੋਂ। ਪਰ ਅੰਦਰੋਂ ਗਤੀ ਉਹ ਕਹਿੰਦੇ ਸੀ ਕਿ ਸਾਡਾ ਰਾਜਾ ਇਹ ਨਹੀਂ ਹੈਗਾ, ਸਾਡਾ ਰਾਜਾ ਜਿਹੜਾ ਉਹਦਾ ਪੜਪੋਤਾ ਹੈ, ਸਾਊਲ ਦਾ ਪੜਪੋਤਾ ਇੱਕ ਦਿਨ ਰਾਜਾ ਬਣੂਗਾ। ਸੋ ਉਸਨੇ ਇਹ ਸਾਰੇ ਕੰਡੇ ਆਪਣੇ ਰਸਤੇ ਦੇ ਵਿੱਚੋਂ ਕੱਢ ਦਿੱਤੇ ਔਰ ਪ੍ਰਭੂ ਨੇ ਉਸਦੀ ਮਦਦ ਕੀਤੀ। ਹੁਣ ਅਸੀਂ ਜਾਵਾਂਗੇ ਤੀਸਰੇ ਚੈਪਟਰ ਦੇ ਵਿੱਚ, ਸਾਮ 45 ਪਹਿਲਾਂ ਪੜਾਂਗੇ, ਫਿਰ ਅਸੀਂ ਤੀਸਰੇ ਚੈਪਟਰ ਦੇ ਵਿੱਚ ਜਾਵਾਂਗੇ। ਜਿਸ ਨੂੰ ਮਿਲ ਤੁਸੀਂ ਪੜ੍ਹ ਦੋ ਸਿਸਟਰ ਜੀ। ਨਹੀਂ ਪੜ੍ਹ ਦੋ ਤੁਸੀਂ, ਪੜ੍ਹ ਦੋ ਤੁਸੀਂ। ਮੇਰੇ ਮਨ ਵਿੱਚ ਸੁੰਦਰ ਵਿਚਾਰ ਉੱਠ ਰਹੇ ਹਨ, ਮੈਂ ਰਾਜਾ ਦੇ ਲਈ ਗਾਵਾਂਗਾ। ਮੇਰੇ ਬੋਲ ਇੱਕ ਕਵੀ ਦੇ ਹਨ ਜੋ ਨਿਕਲਣ ਲਈ ਤਿਆਰ ਹਨ। ਤੂੰ ਸਭ ਮਨੁੱਖਾਂ ਵਿੱਚੋਂ ਸੁੰਦਰ ਹੈ, ਤੇਰੇ ਬੋਲ ਮਿਠਾਸ ਨਾਲ ਭਰੇ ਹਨ, ਇਸ ਲਈ ਪਰਮੇਸ਼ਵਰ ਨੇ ਹਮੇਸ਼ਾ ਤੈਨੂੰ ਅਸੀਸ ਦਿੱਤੀ ਹੈ। ਹੇ ਸੂਰਬੀਰ, ਤੂੰ ਆਪਣੀ ਤਲਵਾਰ ਲੱਕ ਨਾਲ ਬੰਨ, ਇਹ ਤੇਰਾ ਤੇਜ ਅਤੇ ਸ਼ਾਨ ਹੈ। ਤੂੰ ਸੱਤ ਦੀਨਤਾ ਅਤੇ ਭਲਾਈ ਲਈ ਆਪਣੀ ਸ਼ਾਹੀ ਜਿੱਤ ਦੀ ਅਸਵਾਰੀ ਕਰ। ਤੇਰਾ ਸੱਜਾ ਹੱਥ ਮੈਨੂੰ ਮਹਾਨ ਕੰਮਾਂ ਦੇ ਬਾਰੇ ਸਿਖਾਵੇਗਾ। ਤੇਰੇ ਤੀਰ ਬਹੁਤ ਤਿੱਖੇ ਹਨ ਜੋ ਤੇਰੇ ਵਿਰੋਧੀ ਰਾਜਿਆਂ ਦੇ ਦਿਲਾਂ ਨੂੰ ਵਿੰਨ ਦਿੰਦੇ ਹਨ ਅਤੇ ਲੋਕ ਤੇਰੇ ਪੈਰਾਂ ਹੇਠ ਡਿੱਗ ਪੈਂਦੇ ਹਨ। ਪਰਮੇਸ਼ਵਰ ਤੋਂ ਮਿਲਿਆ ਤੇਰਾ ਸਿੰਘਾਸਨ ਹਮੇਸ਼ਾ ਤੱਕ ਰਹੇਗਾ। ਤੇਰਾ ਰਾਜਦੰਡ ਨਿਆਂ ਦਾ ਰਾਜ ਹੈ। ਤੂੰ ਸੱਚਾਈ ਨੂੰ ਪਿਆਰ ਕੀਤਾ ਅਤੇ ਦੁਸ਼ਟਾਂ ਨੂੰ ਘਿਰਨਾ। ਇਸੇ ਲਈ ਤੇਰੇ ਪਰਮੇਸ਼ਵਰ ਨੇ ਤੈਨੂੰ ਤੇਰੇ ਭਰਾਵਾਂ ਵਿੱਚੋਂ ਚੁਣ ਲਿਆ ਅਤੇ ਤੇਰਾ ਆਨੰਦ ਦੇ ਤੇਲ ਨਾਲ ਅਭਿਸ਼ੇਕ ਕੀਤਾ ਹੈ। ਤੇਰੇ ਸਭ ਵਸਤਰਾਂ ਤੋਂ ਕਈ ਤਰ੍ਹਾਂ ਦੀ ਵਾਸ਼ਨਾ ਆਉਂਦੀ ਹੈ। ਹਾਥੀ ਦੰਦ ਦੇ ਮਹਿਲਾਂ ਵਿੱਚੋਂ ਤਾਰਦਾਰ ਸਾਜ਼ ਤੈਨੂੰ ਖੁਸ਼ ਕਰਦੇ ਹਨ। ਤੇਰੀਆਂ ਰਾਣੀਆਂ ਵਿੱਚ ਰਾਜਪੁੱਤਰੀਆਂ ਵੀ ਹਨ। ਤੇਰੇ ਸੱਜੇ ਹੱਥ ਤੇਰੀ ਮਹਾਰਾਣੀ ਕੀਮਤੀ ਸੋਨੇ ਦੇ ਸ਼ਿੰਗਾਰਾਂ ਨਾਲ ਸਜੀ ਖੜੀ ਹੈ। ਧੀਏ, ਕੰਨ ਲਾ ਕੇ ਸੁਣ ਅਤੇ ਵਿਚਾਰ ਕਰ। ਆਪਣੇ ਲੋਕਾਂ ਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾ। ਤਦ ਰਾਜਾ ਤੇਰੇ ਰੂਪ ਨੂੰ ਚਾਹੇਗਾ। ਉਹ ਤੇਰਾ ਮਾਲਕ ਹੈ, ਤੂੰ ਉਸਨੂੰ ਮੱਥਾ ਟੇਕ। ਸੂਰ ਦੇਸ਼ ਦੀ ਧੀ ਅਤੇ ਧਨਵਾਨ ਲੋਕ ਤੇਰੇ ਕੋਲ ਭੇਟਾਂ ਲੈ ਕੇ ਆਉਣਗੇ ਅਤੇ ਤੇਰੀ ਕਿਰਪਾ ਪ੍ਰਾਪਤ ਕਰਨਗੇ। ਰਾਜਪੁੱਤਰੀ ਆਪਣੇ ਮਹਿਲਾਂ ਅੰਦਰ ਸੁੰਦਰਤਾ ਦੀ ਮੂਰਤ ਹੈ। ਉਸਦਾ ਪਹਿਰਾਵਾ ਸੁਨਹਿਰੀ ਕਸੀਦੇ ਨਾਲ ਸਜਿਆ ਹੈ। ਉਹ ਸੁੰਦਰ ਚਮਕੀਲੇ ਵਸਤਰ ਪਹਿਨੀ ਰਾਜਾ ਕੋਲ ਪਹੁੰਚਾਈ ਜਾਵੇਗੀ। ਉਸਦੀਆਂ ਕੁਆਰੀਆਂ ਸਹੇਲੀਆਂ ਵੀ ਉਸਦੇ ਪਿੱਛੇ ਪਿੱਛੇ ਤੇਰੇ ਕੋਲ ਲਿਆਂਦੀਆਂ ਜਾਣਗੀਆਂ।
ਆਨੰਦ ਅਤੇ ਖੁਸ਼ੀ ਨਾਲ ਉਹ ਲਿਆਈਆਂ ਜਾਣਗੀਆਂ। ਤਦ ਉਹ ਰਾਜੇ ਦੇ ਮਹਿਲ ਅੰਦਰ ਜਾਣਗੀਆਂ। ਆਪਣੇ ਪੁਰਖਿਆਂ ਦੀ ਥਾਂ ਤੂੰ ਆਪਣੇ ਪੁੱਤਰ ਨੂੰ ਸਭ ਧਰਤੀ ਤੇ ਰਾਜਕੁਮਾਰ ਸਥਾਪਿਤ ਕਰੇਗਾ। ਮੈਂ ਪੀੜ੍ਹੀਓ ਪੀੜ੍ਹੀ ਤੇਰਾ ਨਾਂ ਸਿਮਰਨ ਕਰਵਾਵਾਂਗਾ। ਇਸ ਲਈ ਲੋਕ ਸਦਾ ਤੱਕ ਤੇਰਾ ਧੰਨਵਾਦ ਕਰਨਗੇ। ਆਮੀਨ। ਸੋ ਇਹ ਸੁਲੇਮਾਨ ਦੇ ਲਈ ਜਿਹੜਾ ਭਜਨ ਆ, ਜਿਹੜੇ ਉੱਥੇ ਦੇ ਇਸ ਵੇਲੇ ਜਿਹੜੇ ਰਾਗੀ ਚੁਣਿਓ ਆ, ਉਹਨਾਂ ਦਾ ਭਜਨ ਜਿਹੜਾ ਹੈਗਾ, ਇਹ ਸੁਲੇਮਾਨ ਦੇ ਲਈ ਉਹਨਾਂ ਨੇ ਪ੍ਰਭੂ ਦੀ ਸ਼ੁਕਰਗੁਜ਼ਾਰੀ ਕੀਤੀ ਆ। ਕਿਉਂਕਿ ਹੁਣ ਜਿਹੜੀ ਚੀਜ਼ ਹੋਣ ਜਾ ਰਹੀ ਆ, ਪ੍ਰਭੂ ਨੇ ਉਸਨੂੰ ਇੱਕ ਹੋਰ ਹੁਣ ਬਰਕਤ ਦੇਣੀ ਆ, ਲੇਕਿਨ ਉਸਨੇ ਉਸ ਬਰਕਤ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਕਰਨਾ। ਬਾਅਦ ਦੇ ਵਿੱਚ ਇਹੋ ਹੀ ਉਸਨੇ ਤਾਂ ਬਰਕਤ ਸਮਝੀ ਆ, ਲੇਕਿਨ ਇਹ ਦੂਸਰੇ ਪਾਸੇ ਨੂੰ ਉਲਟ ਜਾਣੀ ਆ। ਸੋ ਆਓ ਅਸੀਂ ਤੀਸਰਾ ਚੈਪਟਰ, ਉਸਦੀ ਪਹਿਲੀ ਆਇਤ ਮੈਂ ਪੜੂੰਗਾ। ਕਹਿੰਦਾ, ਤਦ ਰਾਜਾ ਸੁਲੇਮਾਨ ਨੇ ਮਿਸਰ ਦੇ ਰਾਜਾ ਫਿਰੌਨ ਦੇ ਨਾਲ ਸੰਧੀ ਕੀਤੀ। ਇਹ ਗਲਤ ਗੱਲ ਨਹੀਂ ਸੀ, ਸੰਧੀ ਕਰਨੀ ਕੋਈ ਗਲਤ ਗੱਲ ਨਹੀਂ ਸੀ। ਅਤੇ ਚਿੰਨ ਦੇ ਵੱਲੋਂ ਉਸਨੇ ਫਿਰੌਨ ਦੀ ਪੁੱਤਰੀ ਦੇ ਨਾਲ ਵਿਆਹ ਕੀਤਾ। ਉਹ ਫਿਰੌਨ ਦੀ ਧੀ ਨੂੰ ਵਿਆਹ ਕੇ ਦਾਊਦ ਦੇ ਨਗਰ ਦੇ ਵਿੱਚ ਲੈ ਆਇਆ। ਉਸਨੇ ਜਦੋਂ ਤੱਕ ਆਪਣਾ ਮਹਿਲ, ਪ੍ਰਭੂ ਦੇ ਮੰਦਿਰ ਅਤੇ ਯਰੂਸ਼ਲਮ ਦੀ ਸ਼ਹਿਰਦਵਾਰੀ ਨਾ ਬਣਾ ਰਹੀ, ਫਿਰੌਨ ਦੀ ਧੀ ਨੂੰ ਉਸਨੇ ਉੱਥੇ ਹੀ ਰੱਖਿਆ। ਔਰ ਉਹ ਦੇਵੀਆਂ ਦੇਵਤਿਆਂ ਨੂੰ ਪੂਜਣ ਵਾਲੇ ਲੋਕ ਸੀ। ਔਰ ਇਹ ਸੰਧੀ ਕਰਨ ਦੇ ਵਿੱਚ ਤਾਂ ਪ੍ਰਭੂ ਨਹੀਂ ਸੀਗਾ, ਲੇਕਿਨ ਜਿਹੜਾ ਉਸਨੇ ਇਹ ਸ਼ੁਰੂ ਕਰ ਲਿਆ ਕੰਮ ਇੱਥੇ, ਇਸਨੇ ਉਸਨੂੰ ਬਹੁਤ ਦੂਰ ਜਾ ਕੇ ਇਹਨੂੰ ਸੁੱਟ ਦੇਣਾ। ਇੱਥੋਂ ਹੀ ਇਸਨੇ ਧੋਖਾ ਖਾ ਜਾਣਾ। ਅਗਰ ਇਹ ਇੱਥੇ ਇੱਕ ਕਦਮ ਸਖਤ ਚੁੱਕ ਲੈਂਦਾ ਸੁਲੇਮਾਨ, ਤੇ ਪ੍ਰਭੂ ਨੇ ਇਸਨੂੰ ਬਹੁਤ ਬਰਕਤ ਦੇਣੀ ਸੀ। ਲੇਕਿਨ ਪ੍ਰਭੂ ਫਿਰ ਵੀ ਦਿਆਲੂ, ਉਹ ਫਿਰ ਵੀ ਕਿਰਪਾਲੂ, ਉਹ ਫਿਰ ਵੀ ਗੁੱਸਾ ਕਰਨ ਦੇ ਵਿੱਚ ਮੱਠਾ ਆ। ਔਰ ਇਸ ਚੀਜ਼ ਦੇ ਲਈ ਪ੍ਰਭੂ ਨੇ ਉਸਨੂੰ ਕੋਈ ਕੁਝ ਖਾਸ ਕਿਹਾ ਨਹੀਂ, ਕਿਉਂਕਿ ਸੁਲੇਮਾਨ ਦਾ ਧਿਆਨ ਹਾਲੇ ਪ੍ਰਭੂ ਦੇ ਵਿੱਚ, ਆਪਣਾ ਧਿਆਨ ਉਹਦਾ ਪ੍ਰਭੂ ਦੇ ਵਿੱਚ ਲੱਗਾ ਆ। ਇਸਨੂੰ ਉਹ ਇਹ ਸਮਝਦਾ ਕਿ ਵੀ ਰਾਜਾ ਨੂੰ ਇਹ ਚੀਜ਼ਾਂ ਕਰਨੀਆਂ ਪੈਂਦੀਆਂ, ਸ਼ਾਂਤੀ ਸਥਾਪਿਤ ਕਰਨ ਦੇ ਲਈ ਇਹ ਸਾਰੀਆਂ ਚੀਜ਼ਾਂ ਸਾਨੂੰ ਕਰਨੀਆਂ ਪੈਂਦੀਆਂ। ਸੋ ਉਸਨੇ ਇਹ ਕੀਤਾ। ਲੇਕਿਨ ਜਿਹੜੀ ਹੁਣ ਮੇਨ ਚੀਜ਼ ਇੱਥੇ ਆਈ ਆ, ਜਿਹੜੀ ਪ੍ਰਭੂ ਨੇ ਸਭ ਤੋਂ ਵੱਡੀ ਆਪਣੇ ਬੰਦੇ ਨੂੰ ਬਰਕਤ ਦੇਣੀ ਆ, ਉਹ ਅਸੀਂ ਹੁਣ ਦੇਖਣ ਜਾ ਰਹੇ ਹਾਂ। ਸੋ ਆਓ ਅਸੀਂ 2 ਆਇਤ ਤੋਂ ਲੈ ਕੇ ਅਸੀਂ ਇਸ ਨੂੰ 15 ਆਇਤ ਤੱਕ ਪੜਾਂਗੇ, ਜਿਸ ਨੂੰ ਜੀ ਮੈਂ ਪੜ੍ਹ ਦਿੰਦੀ ਪਾਸਟਰ ਜੀ। ਉਸ ਸਮੇਂ ਤੱਕ ਲੋਕ ਆਪਣੀਆਂ ਬਲੀਆਂ ਥਾਂ ਬਣੀਆਂ ਬੇਦੀਆਂ ਉੱਤੇ ਚੜਾਉਂਦੇ ਸਨ, ਕਿਉਂਕਿ ਅਜੇ ਪ੍ਰਭੂ ਦਾ ਮੰਦਿਰ ਨਹੀਂ ਬਣਿਆ ਸੀ। ਸੁਲੇਮਾਨ ਪ੍ਰਭੂ ਨੂੰ ਪੂਰੀ ਤਰ੍ਹਾਂ ਨਾਲ ਪਿਆਰ ਕਰਦਾ ਸੀ ਅਤੇ ਆਪਣੇ ਪਿਤਾ ਦੀਆਂ ਹਦਾਇਤਾਂ ਅਨੁਸਾਰ ਚੱਲਦਾ ਸੀ, ਪਰ ਉਹ ਵੀ ਆਪਣੀਆਂ ਬਲੀਆਂ ਵੱਖ-ਵੱਖ ਵੇਦੀਆਂ ਉੱਤੇ ਹੀ ਚੜਾਉਂਦਾ ਸੀ। ਇੱਕ ਵਾਰ ਰਾਜਾ ਸੁਲੇਮਾਨ ਹੋਮ ਬਲੀ ਚੜਾਉਣ ਲਈ ਗਿਬਿਓਨ ਨੂੰ ਗਿਆ, ਕਿਉਂਕਿ ਉੱਥੇ ਸਭ ਤੋਂ ਵੱਡੀ ਤੇ ਪ੍ਰਸਿੱਧ ਵੇਦੀ ਸੀ। ਉਸਨੇ ਉੱਥੇ 1000 ਹੋਮ ਬਲੀਆਂ ਚੜਾਈਆਂ। ਉਸ ਰਾਤ ਪ੍ਰਭੂ ਪਰਮੇਸ਼ਰ ਨੇ ਸੁਲੇਮਾਨ ਨੂੰ ਦਰਸ਼ਨ ਦੇ ਕੇ ਪੁੱਛਿਆ, ਤੂੰ ਕੀ ਚਾਹੁੰਦਾ ਹੈ ਕਿ ਮੈਂ ਤੈਨੂੰ ਦੇਵਾਂ? ਸੁਲੇਮਾਨ ਨੇ ਉੱਤਰ ਦਿੱਤਾ, ਤੂੰ ਹਮੇਸ਼ਾ ਮੇਰੇ ਪਿਤਾ ਦਾਊਦ ਆਪਣੇ ਦਾਸ ਨੂੰ ਪਿਆਰ ਕੀਤਾ ਹੈ। ਉਹ ਵੀ ਤੇਰੇ ਨਾਲ ਸੱਚਾ, ਵਿਸ਼ਵਾਸੀ ਅਤੇ ਮਨ ਦੀ ਸਧਿਆਈ ਨਾਲ ਰਿਹਾ ਹੈ। ਇਸੇ ਲਈ ਤੂੰ ਉਸ ਨੂੰ ਆਪਣਾ ਹਮੇਸ਼ਾ ਰਹਿਣ ਵਾਲਾ ਵੱਡਾ ਪਿਆਰ ਦਿੱਤਾ ਅਤੇ ਉਸ ਨੂੰ ਇੱਕ ਪੁੱਤਰ ਦਿੱਤਾ, ਜੋ ਅੱਜ ਉਸ ਦੀ ਥਾਂ ਰਾਜ ਕਰ ਰਿਹਾ ਹੈ। ਪ੍ਰਭੂ, ਤੂੰ ਸੱਚਮੁੱਚ ਮੈਨੂੰ ਮੇਰੇ ਪਿਤਾ ਦੀ ਥਾਂ ਰਾਜਾ ਬਣਾਇਆ ਹੈ। ਬੇਸ਼ੱਕ ਮੈਂ ਤੇਰੇ ਸਾਹਮਣੇ ਇੱਕ ਛੋਟਾ ਜਿਹਾ ਮੁੰਡਾ ਹੀ ਹਾਂ ਅਤੇ ਅਜੇ ਕਿਸੇ ਚੀਜ਼ ਦਾ ਪੂਰਾ ਗਿਆਨ ਨਹੀਂ ਰੱਖਦਾ ਹਾਂ। ਮੈਂ ਅੱਜ ਤੇਰੇ ਚੁਣੇ ਹੋਏ ਲੋਕਾਂ ਦੇ ਵਿਚਕਾਰ ਹਾਂ, ਜਿਨ੍ਹਾਂ ਦੀ ਗਿਣਤੀ ਤੱਕ ਕਰਨਾ ਕਠਿਨ ਹੈ। ਇਸ ਲਈ ਪ੍ਰਭੂ, ਤੂੰ ਆਪਣੇ ਇਸ ਦਾਸ ਨੂੰ ਇਹੋ ਜਿਹੀ ਬੁੱਧੀ ਦੇ, ਜਿਸ ਨਾਲ ਮੈਂ ਬੁਰੇ ਭਲੇ ਦੀ ਪਛਾਣ ਕਰ ਸਕਾਂ, ਕਿਉਂਕਿ ਤੇਰੇ ਇਹਨਾਂ ਅਣਗਿਣਤ ਲੋਕਾਂ ਉੱਤੇ ਕੌਣ ਰਾਜ ਕਰਦਾ ਹੈ। ਪ੍ਰਭੂ ਸੁਲੇਮਾਨ ਦੀ ਇਸ ਮੰਗ ਤੋਂ ਬਹੁਤ ਖੁਸ਼ ਹੋਇਆ। ਇਸ ਲਈ ਉਸਨੇ ਸੁਲੇਮਾਨ ਨੂੰ ਕਿਹਾ, ਤੂੰ ਮੇਰੇ ਤੋਂ ਲੰਮੀ ਉਮਰ ਮੰਗ ਸਕਦਾ ਸੈਂ, ਤੂੰ ਧਨ ਮਾਲ ਮੰਗ ਸਕਦਾ ਸੈਂ, ਪਰ ਤੂੰ ਇਹਨਾਂ ਸਭ ਚੀਜ਼ਾਂ ਦੀ ਬਜਾਏ ਬੁਰੇ ਭਲੇ ਦੀ ਪਛਾਣ ਕਰਨ ਦੀ ਬੁੱਧ ਮੰਗੀ ਹੈ। ਮੈਂ ਤੇਰੇ ਕਹੇ ਅਨੁਸਾਰ ਕਰਾਂਗਾ। ਮੈਂ ਤੈਨੂੰ ਬੁਰੇ ਭਲੇ ਦੀ ਪਛਾਣ ਕਰਨ ਵਾਲੀ ਇਹੋ ਜਿਹੀ ਬੁੱਧ ਦੇਵਾਂਗਾ, ਜੋ ਅੱਜ ਤੱਕ ਤੇਰੇ ਤੋਂ ਪਹਿਲਾਂ ਨਾ ਕਿਸੇ ਨੂੰ ਮਿਲੀ ਹੋਵੇ ਅਤੇ ਨਾ ਹੀ ਮਿਲੇਗੀ। ਮੈਂ ਤੈਨੂੰ ਉਹ ਸਭ ਵੀ ਦੇਵਾਂਗਾ, ਅਰਥਾਤ ਧਨ ਮਾਲ ਅਤੇ ਆਦਰ, ਤਾਂ ਜੋ ਤੇਰੇ ਨਾਲ ਕੋਈ ਦੂਜਾ
ਰਾਜਾ ਟਾਕਰਾ ਨਾ ਕਰ ਸਕੇ। ਫਿਰ ਜੇਕਰ ਤੂੰ ਮੇਰੀਆਂ ਵਿਧੀਆਂ ਤੇ ਆਗਿਆਵਾਂ ਨੂੰ ਆਪਣੇ ਪਿਤਾ ਦਾਊਦ ਦੇ ਵਾਂਗ ਮੰਨੇਗਾ ਤਾਂ ਮੈਂ ਤੇਰੀ ਉਮਰ ਲੰਮੀ ਕਰਾਂਗਾ। ਤਦ ਸੁਲੇਮਾਨ ਨੀਂਦ ਤੋਂ ਜਾਗਿਆ ਤੇ ਉਸਨੇ ਜਾਣਿਆ ਕਿ ਉਸਨੇ ਸੁਪਨਾ ਦੇਖਿਆ ਹੈ। ਸੋ ਉਸਨੇ ਜਰੂਸਲਮ ਵਿੱਚ ਵਾਪਸ ਆ ਕੇ ਪਵਿੱਤਰ ਨੇਮ ਦੇ ਸੰਦੂਕ ਕੋਲ ਖੜੇ ਹੋ ਕੇ ਹੋਮ ਬਲੀਆਂ ਤੇ ਮੇਲ ਬਲੀਆਂ ਚੜਾਈਆਂ। ਇਸ ਦੇ ਪਿੱਛੋਂ ਉਸਨੇ ਆਪਣੇ ਅਧਿਕਾਰੀਆਂ ਨੂੰ ਇੱਕ ਭੋਜ ਦਿੱਤਾ। ਆਮੇਨ। ਸੋ ਉਹ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਗਿਆ, ਬਲੀ ਚੜਾਈ, ਔਰ ਉੱਥੇ ਉਹ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਿਸ ਵੇਲੇ ਲੀਨ ਸੀ ਤਾਂ ਪ੍ਰਭੂ ਨੇ ਉਸਨੂੰ ਦਰਸ਼ਨ ਦਿੱਤਾ। ਉਸਨੇ ਕਿਹਾ ਮੰਗ, ਕੀ ਮੰਗਦਾ? ਤਾਂ ਉਸਨੇ ਇੱਕੋ ਚੀਜ਼ ਪ੍ਰਭੂ ਤੋਂ ਮੰਗੀ, ਪ੍ਰਭੂ ਮੈਨੂੰ ਬੁੱਧ ਦੇ, ਮੈਨੂੰ ਉਹ ਬੁੱਧ ਦੇ ਜਿਸ ਦੇ ਨਾਲ ਮੈਂ ਤੇਰਿਆਂ ਲੋਕਾਂ ਨੂੰ, ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮੇਰੇ ਤੇ ਐਡੀ ਵੱਡੀ ਮੇਰੀ ਜ਼ਿੰਮੇਵਾਰੀ ਪਾ ਦਿੱਤੀ ਗਈ ਹੈ, ਇਹਨਾਂ ਦੀ ਸੰਭਾਲ ਕਰ ਸਕਾਂ। ਜੋ ਮੇਰੇ ਬਾਪ ਨੇ ਮੇਰੇ ਲਈ ਇੰਨਾ ਪਿਆਰਾ ਜ਼ਬੂਰ ਗਾਇਆ ਜਦੋਂ ਉਸਨੇ ਮੈਨੂੰ ਰਾਜਾ ਬਣਾਇਆ, ਜ਼ਬੂਰ 72 ਜੋ ਉਸਨੇ ਗਾਇਆ ਉਸ ਵੇਲੇ, ਮੈਂ ਉਹਦੇ ਤੇ ਪੂਰਾ ਉਤਰ ਸਕਾਂ। ਪ੍ਰਭੂ ਕਹਿੰਦਾ ਤੂੰ ਜੇ ਚਾਹੁੰਦਾ ਮੇਰੇ ਤੋਂ ਲੰਮੀ ਉਮਰ ਵੀ ਮੰਗ ਸਕਦਾ ਸੀ, ਔਰ ਜੇ ਤੂੰ ਚਾਹੁੰਦਾ ਤਾਂ ਮੇਰੇ ਤੋਂ ਧਨ ਮਾਲ ਵੀ ਮੰਗ ਸਕਦਾ ਸੀ, ਪਰ ਤੂੰ ਉਹ ਚੀਜ਼ ਮੰਗੀ ਆ ਜੋ ਬਹੁਤ ਘੱਟ ਲੋਕ ਮੰਗਦੇ, ਔਰ ਉਹ ਹੈ ਪ੍ਰਭੂ ਦੀ ਬੁੱਧ, ਪ੍ਰਭੂ ਦੀ ਆਪਣੀ ਬੁੱਧ। ਉਹ ਕਹਿੰਦਾ ਮੈਂ ਤੈਨੂੰ ਦਊਂਗਾ, ਪਰ ਇਸ ਦੇ ਨਾਲ ਨਾਲ ਤੈਨੂੰ ਮੈਂ ਉਮਰ ਦਾ ਦਾਨ ਵੀ ਦਊਂਗਾ, ਤੈਨੂੰ ਧਨ ਮਾਲ ਵੀ ਦਊਂਗਾ। ਔਰ ਪ੍ਰਭੂ ਨੇ ਉਸਨੂੰ ਬੁੱਧ ਦਿੱਤੀ। ਸਾਡੇ ਵਿੱਚ ਇੱਕ ਭੈਣ ਕਹਿੰਦੀ ਸੀ ਅਸੀਂ ਕਹਾਵਤਾਂ ਪੜ੍ਹਨੀਆਂ ਮੰਗਦੇ ਹਾਂ। ਕਹਾਵਤਾਂ ਅਸੀਂ ਓਨੀ ਦੇਰ ਤੱਕ ਨਹੀਂ ਸਮਝ ਸਕਦੇ ਜਿੰਨੀ ਦੇਰ ਤੱਕ ਅਸੀਂ ਇਹ ਨਹੀਂ ਦੇਖਦੇ ਕਿ ਕਹਾਵਤਾਂ ਫਿੱਟ ਕਿੱਥੇ ਹੁੰਦੀਆਂ, ਕਹਾਵਤਾਂ ਦਿੱਤੀਆਂ ਕਿਹਨੇ ਆ, ਕਹਾਵਤਾਂ ਦਿੱਤੀਆਂ ਕਿਹਨੂੰ। ਸੋ ਪ੍ਰਭੂ ਨੇ ਕਿਹੜੀ ਬੁੱਧ ਦਿੱਤੀ ਉਹਨੂੰ, ਅਸੀਂ ਹੁਣ ਪਹਿਲੇ 4 ਚੈਪਟਰ ਕਹਾਵਤਾਂ ਦੇ ਪੜਾਂਗੇ। ਸੋ ਕੋਈ ਜਾਣਾ ਇਸ ਦਾ ਪਹਿਲਾ ਚੈਪਟਰ ਪੜ੍ਹੇ, ਉੱਥੇ ਬੁੱਧ ਦੀਆਂ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਤੇ ਬੁੱਧੀ ਕੀ ਆ, ਬੁੱਧੀ ਦੇ ਲਾਭ ਕੀ ਆ। ਸੋ ਆਓ ਹੁਣ ਅਸੀਂ ਕਹਾਵਤਾਂ ਦੇ ਵਿੱਚ ਚੱਲਦੇ ਹਾਂ। ਉਸ ਦੇ ਪਹਿਲੇ 4 ਚੈਪਟਰ ਅਸੀਂ ਦੇਖਾਂਗੇ ਔਰ ਉਸ 469 ਪੰਨਾ। ਹਾਂਜੀ, ਕਹਾਵਤਾਂ ਦੀ ਪੁਸਤਕ ਬ੍ਰਦਰ ਜੀ। ਹਾਂਜੀ ਹਾਂਜੀ, ਨਹੀਂ 400 ਨਹੀਂ ਹੋਣਾ, 800 ਤੋਂ ਉੱਤੇ ਹੀ ਹੋਣਾ ਪੰਨਾ। 969 ਸੌਰੀ। ਹਾਂ ਹੁਣ ਠੀਕ ਹੈ, ਨਕਟਾ ਮੰਨ ਸਕਦਾ ਮੈਂ। ਚਲੋ ਨਹੀਂ ਸਕਾ। ਹਾਂਜੀ, ਕਹਾਵਤਾਂ ਦਾ ਲਾਭ। ਅੱਛਾ ਆ ਲੈਣ ਦਿਓ ਜਰਾ ਸਾਰਿਆਂ ਨੂੰ ਇੱਥੇ। ਅੱਛਾ ਇੱਥੇ ਜਿੱਥੇ ਅਸੀਂ ਸੀਗੇ ਉੱਥੇ ਲਿਖ ਲਓ ਕਹਾਵਤਾਂ ਦਾ ਚੈਪਟਰ 1, 2, 3 ਤੇ 4। ਅਸੀਂ ਤੀਸਰੇ ਚੈਪਟਰ ਦੀ 28ਵੀਂ ਆਇਤ ਸੀਗੇ ਮੇਰੇ ਖਿਆਲ, ਉੱਥੇ ਲਿਖ ਲਓ ਕਹਾਵਤਾਂ ਚੈਪਟਰ 1, 2, 3 ਤੇ 4। ਇਹ ਜਿਹੜੇ 4 ਚੈਪਟਰ ਆ ਇਹ ਪ੍ਰਭੂ ਦੇ ਬੰਦੇ ਨੂੰ ਗਿਬਿਓਨ ਦੇ ਵਿੱਚ ਮਿਲੇ, ਜਿਸ ਲਈ ਉਹ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬੈਠਾ ਹੈ। ਜਿਸ ਲਈ ਉਸਨੇ ਉਹਨੇ ਕਿਹਾ ਕਿ ਮੈਂ ਤੈਨੂੰ ਬੁੱਧ ਦਊਂਗਾ, ਤੇ ਜਿਸ ਲਈ ਹੁਣ ਪ੍ਰਭੂ ਨੇ ਉਸਨੂੰ ਬੁੱਧ ਦਿੱਤੀ ਆ ਤੇ ਉਹ ਇਹ ਬੁੱਧ ਦਿੱਤੀ ਆ, ਇਹ ਚੀਜ਼ਾਂ ਦਿੱਤੀਆਂ ਉਸਨੂੰ। ਸੋ ਆਓ ਅਸੀਂ ਪਹਿਲੇ 4 ਚੈਪਟਰ ਦੇਖੀਏ। ਸੋ ਆਓ ਅਸੀਂ ਇਸ ਨੂੰ ਰੁਕ ਕੇ ਬ੍ਰਦਰ ਜੀ ਪੜ੍ਹਨਾ। ਪਹਿਲਾਂ 6 ਆਇਤਾਂ ਪੜਾਂਗੇ, ਪੜ੍ਹਨਾ ਤੁਸੀਂ ਆ ਸਾਰਾ ਚੈਪਟਰ। ਠੀਕ ਹੈ ਜੀ। ਫਿਰ ਅਸੀਂ ਪੜਾਂਗੇ ਇਸ ਦੀਆਂ 7 ਤੋਂ ਲੈ ਕੇ 19 ਤੇ ਫਿਰ 20 ਤੋਂ ਲੈ ਕੇ ਅਸੀਂ ਇਸ ਚੈਪਟਰ ਨੂੰ ਖਤਮ ਕਰਾਂਗੇ। 3 ਹਿੱਸਿਆਂ ਦੇ ਵਿੱਚ ਤੁਸੀਂ ਇਸ ਨੂੰ ਪੜ੍ਹਨਾ। ਸੋ ਆਓ ਪਹਿਲਾਂ ਅਸੀਂ ਪਹਿਲੀਆਂ 6 ਆਇਤਾਂ ਦੇਖੀਏ। ਠੀਕ ਹੈ ਜੀ। ਹਾਂਜੀ, ਕਹਾਵਤਾਂ ਦਾ ਲਾਭ। ਇਸਰਾਇਲ ਦੇ ਰਾਜਾ ਦਾਊਦ ਦੇ ਪੁੱਤਰ ਸੁਲੇਮਾਨ ਦੀਆਂ ਕਹਾਵਤਾਂ। ਇਹਨਾਂ ਕਹਾਵਤਾਂ ਦੁਆਰਾ ਮਨੁੱਖ ਬੁੱਧੀ ਤੇ ਲਾਭਕਾਰੀ ਹਦਾਇਤਾਂ ਨੂੰ ਪ੍ਰਾਪਤ ਕਰ ਸਕਦਾ ਹੈ। ਇਹਨਾਂ ਦੁਆਰਾ ਗੂੜੀਆਂ ਗੱਲਾਂ ਦੀ ਤਹਿ ਤੱਕ ਪਹੁੰਚਿਆ ਜਾ ਸਕਦਾ ਹੈ। ਇਹਨਾਂ ਕਹਾਵਤਾਂ ਦੁਆਰਾ ਮਨੁੱਖ ਸਿੱਖ ਸਕਦਾ ਹੈ ਕਿ ਕਿਸ ਤਰ੍ਹਾਂ ਸਮਝ ਭਰਿਆ ਜੀਵਨ ਭਲਾ, ਨਿਆਂਪੂਰਵਕ ਅਤੇ ਪੱਖਪਾਤ ਰਹਿਤ ਗੁਜ਼ਾਰਿਆ ਜਾ ਸਕਦਾ ਹੈ। ਇਹਨਾਂ ਦੇ ਪੜ੍ਹਨ ਨਾਲ ਸਿੱਧਾ ਮਨੁੱਖ ਚਤੁਰ ਬਣ ਸਕਦਾ ਹੈ
ਅਤੇ ਜਵਾਨ ਨੂੰ ਸਮਝ ਸੂਝ ਮਿਲ ਸਕਦੀ ਹੈ। ਇਹਨਾਂ ਦੁਆਰਾ ਬੁੱਧੀਮਾਨ ਮਨੁੱਖ ਦੀ ਸਮਝ ਵੱਧਦੀ ਜਾਂਦੀ ਹੈ ਅਤੇ ਗਿਆਨੀ ਮਨੁੱਖ ਦੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ। ਮਨੁੱਖ ਕਹਾਵਤਾਂ, ਦ੍ਰਿਸ਼ਟਤਾ, ਬੁੱਧੀਮਾਨ ਦੇ ਗੂੜੇ ਵਚਨਾਂ ਅਤੇ ਪਹੇਲੀਆਂ ਨੂੰ ਸਮਝ ਸਕਦਾ ਹੈ। ਆਮੇਨ। ਬੜੇ ਸੋਹਣੇ ਜਾਣ ਕੇ ਸਾਰਿਆਂ ਨੂੰ ਸਾਨੂੰ ਗਿਆਨ ਦੀ ਜ਼ਰੂਰਤ ਨਹੀਂ। ਲੋਕ ਨੌਲੇਜ ਦੇ ਪਿੱਛੇ ਦੌੜੇ ਹੋ। ਨੌਲੇਜ ਦੀ ਇੰਨੀ ਜ਼ਿਆਦਾ ਜ਼ਰੂਰਤ ਨਹੀਂ, ਪਰ ਸਾਨੂੰ ਪ੍ਰਭੂ ਦੀ ਬੁੱਧੀ ਦੀ ਬਹੁਤ ਜ਼ਰੂਰਤ। ਨੌਲੇਜ ਜਿਹੜੀ ਹੈ ਨਾ, ਉਹ ਉੱਥੇ ਤੱਕ ਹੀ ਲੈ ਕੇ ਜਾਂਦੀ ਹੈ ਜਿੱਥੇ ਤੱਕ ਉਹ ਆਪ ਪਹੁੰਚਦੀ ਹੈ, ਪਰ ਪ੍ਰਭੂ ਦੀ ਬੁੱਧੀ ਸਵਰਗ ਤੋਂ ਆਉਂਦੀ ਹੈ। ਸੋ ਇਹ ਚੀਜ਼ ਪ੍ਰਭੂ ਨੇ ਉਸਨੂੰ ਜਿਹੜੀ ਪਹਿਲੀ ਚੀਜ਼ ਕਹੀ ਹੈ ਕਿ ਜਿਹੜੀ ਬੁੱਧ ਮੈਂ ਤੈਨੂੰ ਦੇਣ ਜਾ ਰਿਹਾ, ਇਸ ਬੁੱਧ ਦੇ ਨਾਲ ਤੂੰ ਗੂੜੀਆਂ ਚੀਜ਼ਾਂ ਦੀ ਨੂੰ ਸਮਝ ਸਕੇਗਾ। ਤੂੰ ਇੱਕ ਐਸਾ ਜੀਵਨ ਜੀ ਸਕੇਗਾ ਜਿਹਦੇ ਵਿੱਚ ਇੱਕ ਸਮਝ ਹੋਏਗੀ। ਜਾਣੀ ਕਿ ਨੌਲੇਜ ਤੋਂ, ਗਿਆਨ ਤੋਂ ਬੁੱਧੀ ਪੈਦਾ ਨਹੀਂ ਹੁੰਦੀ, ਪਰ ਬੁੱਧੀ ਤੋਂ ਗਿਆਨ ਪੈਦਾ ਹੁੰਦਾ। ਬੁੱਧੀ ਤੋਂ ਗਿਆਨ ਪੈਦਾ ਹੁੰਦਾ। ਔਰ ਇਹਦੇ ਨਾਲ ਅਗਰ ਇਹਨੂੰ ਸਧਾਰਨ ਬੰਦਾ ਇਸ ਨੂੰ ਪੜ੍ਹੇਗਾ ਤਾਂ ਉਹ ਇਹਨਾਂ ਨੂੰ ਪੜ੍ਹਨ ਦੇ ਨਾਲ ਉਸਦਾ ਜਿਹੜਾ ਗਿਆਨ ਆ ਉਹ ਉਸਨੂੰ ਬੁੱਧੀ ਮਿਲੇਗੀ। ਅਗਰ ਬੁੱਧੀਮਾਨ ਪੜ੍ਹੇਗਾ ਤਾਂ ਉਹ ਆਪਣੀ ਬੁੱਧੀ ਦੇ ਵਿੱਚ ਵਾਧਾ ਕਰੇਗਾ। ਔਰ ਜੇ ਕੋਈ ਸਿੱਧਾ ਮਨੁੱਖ ਪੜ੍ਹੇਗਾ ਤੇ ਉਸ ਦੇ ਵਿੱਚ ਚਤੁਰਤਾ ਆਏਗੀ। ਚਤੁਰਤਾ ਦਾ ਮਤਲਬ ਇਹ ਨਹੀਂ ਚਲਾਕੀ ਆਊਗੀ, ਚਲਾਕੀ ਵਾਲੀ ਨਹੀਂ, ਯਾਨੀ ਕਿ ਉਸਦਾ ਦਿਮਾਗ ਸਿੱਧਾ ਕੰਮ ਕਰੇਗਾ। ਉਸਨੂੰ ਪਤਾ ਹੋਏਗਾ ਕੀ ਕਰਨਾ, ਕੀ ਕਹਿਣਾ, ਕੀ ਨਹੀਂ ਕਹਿਣਾ, ਕਿੱਦਾਂ ਚੱਲਣਾ। ਸੋ ਇਹ ਚੀਜ਼ਾਂ ਜਿਹੜੀਆਂ ਸਿਸਟਰ ਨੇ ਅੱਜ ਆਪਾਂ ਮੀਟਿੰਗ ਸ਼ੁਰੂ ਕੀਤੀ ਸੀ, ਮੈਨੂੰ ਕਿਹਾ ਸੀ ਸਿਸਟਰ ਜੀ ਇਹਨਾਂ ਦੇ ਉੱਤੇ ਬੜਾ ਧਿਆਨ ਰੱਖਿਓ, ਇਹਨਾਂ ਦੇ ਵਿੱਚੋਂ ਤੁਹਾਨੂੰ ਬਹੁਤ ਕੁਝ ਮਿਲੇਗਾ, ਇਹ ਤੁਹਾਡੀ ਬਹੁਤ ਮਦਦ ਕਰਨਗੀਆਂ। ਸੋ ਆਓ ਅਸੀਂ ਹੁਣ ਦੇਖੀਏ ਸਭ ਤੋਂ ਪਹਿਲੀ ਜਿਹੜੀ ਪ੍ਰਭੂ ਨੇ ਉਸਨੂੰ ਬੁੱਧ ਦਿੱਤੀ ਹੈ, ਕਿਉਂਕਿ ਇੱਕ ਬਿਲਕੁਲ ਜਵਾਨ ਲੜਕਾ ਉਹਦੇ ਮੋਹਰੇ ਬੈਠਾ ਹੈ। ਸੋ ਪ੍ਰਭੂ ਨੇ ਸਭ ਤੋਂ ਪਹਿਲਾਂ ਉਸਨੂੰ ਇਹ ਬੁੱਧੀ ਦਿੱਤੀ ਆ। 7 ਤੋਂ ਲੈ ਕੇ 19 ਤੱਕ ਹੁਣ ਤੁਸੀਂ ਇਸ ਨੂੰ ਪੜ੍ਹਦੇ ਹੋ। ਹਾਂਜੀ, ਜਵਾਨਾਂ ਲਈ ਸਲਾਹ। ਪ੍ਰਭੂ ਦਾ ਡਰ ਬੁੱਧੀ ਦਾ ਮੂਲ ਹੈ। ਮੂਰਖ ਮਨੁੱਖ ਬੁੱਧ ਤੇ ਸਿੱਖਿਆ ਨੂੰ ਤੁੱਛ ਸਮਝਦਾ ਹੈ। ਮੇਰੇ ਪੁੱਤਰ, ਤੂੰ ਆਪਣੇ ਪਿਤਾ ਦੀਆਂ ਹਦਾਇਤਾਂ ਅਤੇ ਮਾਤਾ ਦੀ ਸਿੱਖਿਆ ਉੱਤੇ ਧਿਆਨ ਕਰ। ਇਹ ਤੇਰੇ ਆਚਰਣ ਨੂੰ ਉਸੇ ਤਰ੍ਹਾਂ ਸੁੰਦਰ ਬਣਾਉਣਗੀਆਂ ਜਿਸ ਤਰ੍ਹਾਂ ਸਿਰ ਦਾ ਸਿਹਰਾ ਅਤੇ ਗਲ ਦਾ ਕੈਂਠਾ ਪਹਿਨਣ ਤੇ ਤੇਰੇ ਵਿੱਚ ਫਰਕ ਆ ਜਾਂਦਾ ਹੈ। ਮੇਰੇ ਪੁੱਤਰ, ਜਦੋਂ ਪਾਪੀ ਤੈਨੂੰ ਆਪਣੇ ਵਿੱਚ ਮਿਲਣ ਲਈ ਉਕਸਾਉਣ ਤਾਂ ਤੂੰ ਉਹਨਾਂ ਦੇ ਨਾਲ ਨਾ ਮਿਲਣਾ। ਜੇਕਰ ਉਹ ਕਹਿਣ ਆ ਅਸੀਂ ਮਿਲ ਕੇ ਕਿਸੇ ਨੂੰ ਲੱਭਣ ਅਤੇ ਉਸ ਦਾ ਖੂਨ ਕਰੀਏ ਤਾਂ ਆਪਣੇ ਆਨੰਦ ਲਈ ਮਾਸੂਮ ਉੱਤੇ ਹੱਲਾ ਬੋਲੀਏ। ਅਸੀਂ ਉਹਨਾਂ ਨੂੰ ਜਿਉਂਦਿਆਂ ਜਿਸ ਤਰ੍ਹਾਂ ਹੀ ਪਤਾਲ ਜਾਂ ਕਬਰ ਮੁਰਦੇ ਨੂੰ ਨਿਗਲ ਜਾਂਦੀ ਹੈ ਹੜੱਪ ਕਰ ਜਾਵਾਂਗੇ। ਸਾਡੇ ਹੱਥੀਂ ਬਹੁਤ ਸਾਰਾ ਬਹੁਮੁੱਲਾ ਲੁੱਟ ਦਾ ਮਾਲ ਆਵੇਗਾ ਜਿਸ ਨਾਲ ਅਸੀਂ ਆਪਣੇ ਘਰ ਭਰ ਲਵਾਂਗੇ। ਤੂੰ ਸਾਡੇ ਦਲ ਵਿੱਚ ਆ ਮਿਲ ਤਾਂ ਸਾਡਾ ਸਭ ਦਾ ਇੱਕੋ ਹੀ ਬਟੂਆ ਹੋਵੇਗਾ। ਪਰ ਮੇਰੇ ਪੁੱਤਰ, ਤੂੰ ਇਹੋ ਜਿਹੇ ਲੋਕਾਂ ਦਾ ਸਾਥ ਨਾ ਦੇ, ਸਗੋਂ ਤੂੰ ਆਪਣੇ ਪੈਰਾਂ ਨੂੰ ਅੱਗੇ ਵਧਣ ਤੋਂ ਰੋਕ। ਉਹਨਾਂ ਦੇ ਪੈਰ ਤਾਂ ਬੁਰਾਈ ਦੇ ਰਾਹ ਉੱਤੇ ਬਿਨਾਂ ਰੁਕਿਆਂ ਚੱਲਦੇ ਰਹਿੰਦੇ ਹਨ ਅਤੇ ਉਹ ਹਰ ਸਮੇਂ ਖੂਨ ਡੋਲਣ ਦੇ ਲਈ ਤਿਆਰ ਰਹਿੰਦੇ ਹਨ। ਪੰਛੀ ਦੇ ਦੇਖਦਿਆਂ ਜਾਲ ਵਿਛਾਉਣ ਦਾ ਕੋਈ ਲਾਭ ਨਹੀਂ ਹੈ, ਪਰ ਇਹੋ ਜਿਹੇ ਲੋਕ ਆਪਣੇ ਲਈ ਆਪ ਜਾਲ ਵਿਛਾਉਂਦੇ ਹਨ ਜਿਸ ਵਿੱਚ ਉਹ ਫਸ ਕੇ ਮਰ ਜਾਣਗੇ। ਹਿੰਸਕ ਲੋਕਾਂ ਦਾ ਆਪ ਹੀ ਉਹ ਹਾਲ ਹੁੰਦਾ ਹੈ ਜੋ ਉਹ ਦੂਜਿਆਂ ਦਾ ਕਰਦੇ ਹਨ। ਉਹ ਆਪ ਹੀ ਆਪਣੀ ਹਿੰਸਾ ਨਾਲ ਮਰ ਜਾਂਦੇ ਹਨ। ਠੀਕ ਹੈ। ਸੋ ਇਹੋ ਹੀ ਬੁੱਧ ਉਸਨੇ ਦਾਊਦ ਨੂੰ ਦਿੱਤੀ ਸੀ, ਜਿਸ ਲਈ ਦਾਊਦ ਬਹੁਤ ਛੋਟੀ ਉਮਰ ਦੇ ਵਿੱਚ ਪ੍ਰਭੂ ਦੇ ਕੋਲ ਆਇਆ ਸੀ। ਇਹੋ ਹੀ ਬੁੱਧ ਉਸਨੇ ਦਿੱਤੀ ਸੀ। ਔਰ ਇੱਥੇ ਲਿਖ ਲਓ ਸਾਮ 1, ਜ਼ਬੂਰ 1, ਭਜਨ 1। ਇਹ ਬਿਲਕੁਲ ਉਹੀ ਆਇਤਾਂ ਆ
ਜਿਹੜੀਆਂ ਜ਼ਬੂਰਾਂ ਦੇ ਵਿੱਚ ਉਸਨੇ ਇਸ ਦੇ ਬਾਪ ਨੂੰ ਦਿੱਤੀਆਂ ਸੀ ਕਿ ਔਰ ਉਹ ਬੜਾ ਹੀ ਪਿਆਰਾ ਜ਼ਬੂਰ, ਤੁਸੀਂ ਉੱਥੇ ਜਾਇਓ ਨਾ, ਲੇਕਿਨ ਮੈਂ ਪੜ੍ਹ ਦਿੰਦਾ 7 ਹੀ ਆਇਤਾਂ ਉਸ ਦੀਆਂ, ਛੋਟਾ ਜਿਹਾ ਜ਼ਬੂਰ ਆ, ਔਰ ਬੜਾ ਹੀ ਪਿਆਰਾ, ਕਹਿੰਦਾ ਧੰਨ ਉਹ ਮਨੁੱਖ ਹੈ ਜੋ ਦੁਸ਼ਟਾਂ ਦੀ ਸਲਾਹ ਨਹੀਂ ਮੰਨਦਾ, ਜੋ ਪਾਪੀਆਂ ਦੇ ਪਿੱਛੇ ਨਹੀਂ ਲੱਗਦਾ, ਜੋ ਹੋਛਿਆਂ ਦੇ ਸੰਗ ਨਹੀਂ ਬਹਿੰਦਾ, ਕਿਉਂਕਿ ਗੱਲ ਮੰਨੂਗਾ ਤੇ ਪਿੱਛੇ ਲੱਗ ਜਾਊਗਾ ਤੇ ਨਾਲ ਬੈਠ ਜਾਊਗਾ। ਸਿੰਪਲ ਇਜ਼ ਦੈਟ। ਸੋ ਕਿੱਥੇ ਰੁਕ ਜਾਣਾ ਚਾਹੀਦਾ? ਗੱਲ ਤੇ ਹੀ ਰੁਕ ਜਾਣਾ ਚਾਹੀਦਾ ਕਿ ਨਾ ਬਈ ਉੱਥੇ ਹੀ ਕਹਿ ਦੇਣਾ ਚਾਹੀਦਾ ਭਾਈ ਤੇਰੇ ਲਈ ਸਾਨੂੰ ਕਿਸੇ ਦੇ ਗਲ ਪੈਣ ਦੀ ਲੋੜ ਨਹੀਂ ਹੁੰਦੀ। ਉਸ ਨੂੰ ਦੱਸ ਦਿਓ ਭਾਈ ਤੇਰੇ ਲਈ ਇਹ ਸਹੀ ਹੋਊਗਾ, ਮੇਰੇ ਲਈ ਨਹੀਂ, ਮੇਰੇ ਲਈ ਇਹ ਚੀਜ਼ ਹੈ ਨਹੀਂ। ਔਰ ਉਸ ਤੋਂ ਬਾਅਦ ਕਹਿੰਦਾ ਪ੍ਰਭੂ ਦੀ ਵਿਵਸਥਾ ਉਸ ਦੀ ਖੁਸ਼ੀ ਹੈ, ਉਹ ਦਿਨ ਰਾਤ ਉਸ ਦੇ ਵਿੱਚ ਮਗਨ ਰਹਿੰਦਾ ਹੈ। ਉਹ ਉਸ ਰੁੱਖ ਵਰਗਾ ਹੈ ਜੋ ਵਗਦੀ ਨਹਿਰ ਦੇ ਕੰਢੇ ਉੱਤੇ ਲੱਗਾ ਹੋਇਆ ਹੈ ਅਤੇ ਉਹ ਆਪਣੇ ਮੌਸਮ ਤੇ ਫਲ ਦਿੰਦਾ ਹੈ, ਜਿਸ ਦੇ ਪੱਤੇ ਕਦੀ ਕੁਮਲਾਉਂਦੇ ਨਹੀਂ, ਜਿਸ ਦਾ ਹਰ ਕੰਮ ਸਫਲ ਹੁੰਦਾ ਹੈ। ਦੁਸ਼ਟ ਇਸ ਤਰ੍ਹਾਂ ਦੇ ਨਹੀਂ ਹੁੰਦੇ, ਉਹ ਹਵਾ ਦੇ ਨਾਲ ਉੱਡ ਜਾਣ ਵਾਲੀ ਤੂੜੀ ਦੇ ਵਾਂਗ ਹੁੰਦੇ ਹਨ। ਇਸ ਲਈ ਦੁਸ਼ਟ ਨਿਆਂ ਦੇ ਸਾਹਮਣੇ ਖੜੇ ਨਹੀਂ ਹੋ ਸਕਣਗੇ ਅਤੇ ਨਾ ਹੀ ਪਾਪੀ ਭਲਿਆਂ ਦੀ ਸੰਗਤ ਦੇ ਵਿੱਚ ਠਹਿਰ ਸਕਣਗੇ। ਪ੍ਰਭੂ ਭਲਿਆਂ ਦੇ ਰਾਹ ਦਾ ਖਿਆਲ ਰੱਖਦਾ ਹੈ, ਪਰ ਦੁਸ਼ਟਾਂ ਦਾ ਨਾਸ਼ ਹੋ ਜਾਂਦਾ। ਬਿਲਕੁਲ ਜਿਸ ਲਈ ਅਸੀਂ ਇਹ ਹਿੱਸਾ ਪੜ੍ਹਿਆ ਕਹਾਵਤਾਂ ਦਾ, ਸਾਮ 1 ਦੇ ਨਾਲ ਇਹ ਬਿਲਕੁਲ ਰਲਦਾ। ਇਹਦੀ ਸਭ ਤੋਂ ਵੱਡੀ ਬਰਕਤ ਇਹ ਆ। ਸੋ ਅਸੀਂ ਇਹ ਦੇਖਦੇ ਹਾਂ ਕਿ ਬੁੱਧ ਦੇ ਵਿੱਚੋਂ ਕਿਸ ਤਰ੍ਹਾਂ ਬੁੱਧ ਉਪਜਦੀ ਪਈ ਹੈ। ਬਾਪ ਨੂੰ ਵੀ ਉਹੀ ਬੁੱਧ ਦਿੱਤੀ, ਉਹ ਚੱਲਿਆ। ਪੁੱਤਰ ਨੂੰ ਵੀ ਉਹੀ ਬੁੱਧ ਦਿੱਤੀ ਗਈ। ਸੋ ਆਓ ਅਸੀਂ ਹੁਣ ਟਾਈਮ ਹੋ ਗਿਆ, ਬਾਕੀ ਅਸੀਂ ਕੱਲ ਨੂੰ ਪੜਾਂਗੇ। ਆਓ ਦੁਆ ਕਰੀਏ, ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦਈਏ ਔਰ ਪ੍ਰਭੂ ਅੱਗੇ ਦੁਆ ਕਰੀਏ ਕਿ ਇਹ ਚੀਜ਼ਾਂ ਜੋ ਸਾਨੂੰ ਦਿੱਤੀਆਂ ਪ੍ਰਭੂ, ਇਹ ਬੁੱਧੀ ਦੀਆਂ ਗੱਲਾਂ ਜੋ ਤੂੰ ਸਾਨੂੰ ਦੱਸੀਆਂ, ਕਿ ਸਲਾਹ ਲੈਣ ਤੋਂ ਹੀ ਬਸ ਉੱਥੇ ਹੀ ਰੁਕ ਜਾਓ। ਪ੍ਰਭੂ ਤੂੰ ਇਹ ਸਾਡੇ ਤੇ ਕਿਰਪਾ ਕਰ, ਸਾਡੇ ਤੇ ਕਿਰਪਾ ਕਰ ਕਿ ਅਸੀਂ ਆਪਣੇ ਕਦਮ ਹੀ ਨਾ ਉਧਰ ਨੂੰ ਤੋਰੀਏ। ਉਸ ਲਈ ਸਾਨੂੰ ਬੁੱਧ ਦੇ ਦੇ, ਉਸ ਲਈ ਸਾਨੂੰ ਬੁੱਧ ਦੇ ਦੇ। ਸਾਡੇ ਕੰਨ ਜਿਸ ਲਈ ਕਿਸੇ ਦੀ ਗੱਲ ਸੁਣਨ ਤੇ ਉਹ ਸਮਝ ਜਾਣ ਕਿ ਇਹ ਬੰਦਾ ਫੁੱਲਾਂ ਦੀ ਕਿਆਰੀ ਹੈ, ਇਹ ਗਰਭਜ ਦਾ ਟੋਕਰਾ ਆ ਤੇ ਇਹ ਉਸ ਚੈਰੀ ਵਰਗਾ ਜਿਹਨੂੰ ਸਿਰਫ ਫੁੱਲ ਲੱਗਦੇ ਆ, ਫਲ ਨਹੀਂ ਲੱਗਦੇ। ਕਿਹਦੇ ਪਿੱਛੇ ਮੈਂ ਚੱਲਣਾ, ਕਿਹਦੇ ਪਿੱਛੇ ਮੈਂ ਨਹੀਂ ਚੱਲਣਾ, ਕਿਹਦੇ ਪਿੱਛੇ, ਕਿਹੜੀ ਗੱਲ ਨੂੰ ਉੱਥੇ ਹੀ ਸੁਣ ਕੇ ਉੱਥੇ ਹੀ ਛੱਡ ਦੇਣਾ, ਕਿਹੜੀ ਗੱਲ ਨੂੰ ਲੈ ਕੇ ਅੱਗੇ ਵਧਣਾ। ਕਿਉਂਕਿ ਜੇ ਫੁੱਲ ਲੱਗੇ ਹੋਆ ਤੇ ਸੁਗੰਧ ਵੀ ਆ ਔਰ ਬਰਕਤ ਵੀ ਆ। ਆਓ ਦੁਆ ਕਰੀਏ। ਪ੍ਰਭੂ ਜੀ ਤੇਰਾ ਸ਼ੁਕਰ ਕਰਦੇ ਹਾਂ ਇਸ ਸਮੇਂ ਦੇ ਲਈ, ਤੇਰੀ ਰਹਿਮ ਦੇ ਲਈ, ਤੇਰੀ ਦਇਆ ਦੇ ਲਈ। ਮੈਂ ਆਪਣੇ ਆਪ ਨੂੰ ਔਰ ਆਪਣੇ ਭੈਣਾਂ ਭਰਾਵਾਂ ਨੂੰ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਛੁਪਾਉਣਾ। ਪ੍ਰਭੂ ਜੀ ਤੂੰ ਸਾਨੂੰ ਸਭ ਨੂੰ ਬਰਕਤ ਦੇਈਂ, ਸ਼ਾਂਤੀ ਦੇਈਂ, ਆਰਾਮ ਦੇਈਂ, ਪਿਆਰ ਦੇਈਂ। ਸਾਡਿਆਂ ਬੱਚਿਆਂ ਦੇ ਉੱਤੇ ਤੇਰੀ ਕਿਰਪਾ ਬਣੀ ਰਹੇ। ਮੇਰੇ ਮਾਲਕ ਜੋ ਜਿਨ੍ਹਾਂ ਦੇ ਪੈਰ ਤਿਲਕ ਚੁੱਕੇ ਆ ਪ੍ਰਭੂ ਜੀ, ਉਹਨਾਂ ਨੂੰ ਬਚਾ ਕੇ ਵੀ ਤੂੰ ਹੀ ਲਿਆ ਸਕਦਾ। ਉਹ ਤੇਰੀ ਬਰਕਤ ਨਾਲ ਹੀ ਵਾਪਸ ਆਉਣਗੇ। ਤੇਰਾ ਹੀ ਹੱਥ ਹੈ ਜੋ ਪ੍ਰਭੂ ਜੀ ਉਹਨਾਂ ਨੂੰ ਖਿੱਚ ਕੇ ਵਾਪਸ ਲਿਆ ਸਕਦਾ, ਕਿਉਂਕਿ ਤੇਰੇ ਹੱਥ ਦੇ ਵਿੱਚ ਉਹ ਕਿੱਲਾਂ ਦੇ ਨਿਸ਼ਾਨ ਆ ਜੋ ਪ੍ਰਭੂ ਜੀ ਯਾਦ ਰੱਖਦਾ। ਸੋ ਪ੍ਰਭੂ ਜੀ ਅਸੀਂ ਆਪਣੇ ਸਾਰੇ ਬੱਚਿਆਂ ਨੂੰ ਤੇਰੇ ਹੱਥਾਂ 'ਚ ਦਿੰਦੇ ਹਾਂ, ਆਪਣੇ ਆਪ ਨੂੰ ਤੇਰੇ ਹੱਥਾਂ 'ਚ ਦਿੰਦੇ ਹਾਂ। हे ਪਿਆਰੇ ਪ੍ਰਭੂ ਤੂੰ ਸਾਡੇ ਅੱਗੇ ਪਿੱਛੇ ਸੱਜੇ ਖੱਬੇ ਸਾਡੇ ਪੈਰਾਂ ਦੇ ਥੱਲੇ ਇੱਕ ਛੋਟਾ ਰਸਤਾ ਜੋ ਤੂੰ ਸਾਨੂੰ ਦਿੱਤਾ ਪ੍ਰਭੂ ਜੀ, ਅਸੀਂ ਉਹ ਤੇ ਚੱਲਦੇ ਰਹੀਏ। ਤੇਰੀ ਦਇਆ ਔਰ ਤੇਰੀ ਕਿਰਪਾ ਸਾਨੂੰ ਤੇਰੇ ਪਿੱਛੇ ਚਲਾਉਂਦੀ ਰਹੇ ਔਰ ਪ੍ਰਭੂ ਜੀ ਪਵਿੱਤਰ ਆਤਮਾ ਦੀ ਹਜ਼ੂਰੀ ਔਰ ਬੇਟੇ ਦਾ ਸਾਥ ਸਾਡੇ ਨਾਲ ਬਣਿਆ ਰਹੇ। ਇਹ ਸਭ ਕੁਝ ਅਸੀਂ ਆਪਣੇ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਹਾਂ ਔਰ ਸਾਰੇ ਭੈਣ ਭਰਾ ਕਹਿਣ ਆਮੀਨ। ਆਮੀਨ। ਬਲੈਸ ਯੂ। ਪ੍ਰਭੂ ਤੁਹਾਨੂੰ ਬਰਕਤ ਦੇ ਔਰ ਤੁਹਾਡੇ ਸਾਰਿਆਂ ਦੀ